दंडोत वंदन अनिक बार, सर्व कला समरथ, सर्व कला समरथ। डोलन तेरा को प्रभु, नानक दे कर हाथ। श्री हरि कृष्ण ते आइए, श्री हरि कृष्ण ते आइए। जिस डिठे सब दुख जाए, जिस डिठे सब दुख जाए, श्री हरि कृष्ण ते आइए, श्री हरि कृष्ण ते आइए। वाहिगुरु जी का खालसा, वाहिगुरु जी की फतेह। महाराज कृपा करन धन श्री गुरु हरकृष्ण ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਰਪਿਤ ਜੋ ਦੀਵਾਨ ਚੱਲ ਰਹੇ ਨੇ, ਕੱਲ ਉਹਦੇ ਵਿੱਚ ਅਸੀਂ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਨੇ ਆਰੰਭ ਕੀਤੇ ਔਰ ਨਾਲ ਨਾਲ ਜੋ ਬਾਣੀ ਦੇ ਜਾਪ ਹੋਏ ਨੇ ਉਹਨਾਂ ਦੇ ਅਰਥ ਵਿਚਾਰ। ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਦੇ ਅਸੀਂ ਦਰਸ਼ਨ ਕੀਤੇ ਕਿ ਪ੍ਰਕਾਸ਼ ਕਦੋਂ ਹੋਇਆ ਤੇ ਫਿਰ ਗੁਰਤਾ ਗੱਦੀ 5 ਵਰਿਆਂ ਦੀ ਆਯੂ ਵਿੱਚ ਛੋਟੀ ਆਰਗਲਾ ਵਿੱਚ ਹੀ ਗੁਰਤਾ ਗੱਦੀ। ਮਹਾਰਾਜ ਸਰਵ ਕਲਾ ਸਮਰੱਥ ਨੇ, ਗੁਰਤਾ ਗੱਦੀ ਦਾ ਭਾਰ ਸਹਿਣ ਕਰਨ ਯੋਗ ਨੇ, ਤਾਂ ਕਰਕੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਵਾਇਆ। ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ 1656 ਵਿੱਚ। ਫਿਰ ਉਸ ਤੋਂ ਉਪਰੰਤ ਜਦੋਂ ਮਹਾਰਾਜ 5 ਵਰਿਆਂ ਦੇ ਹੁੰਦੇ ਨੇ ਤੇ 1661 ਵਿੱਚ ਗੁਰਤਾ ਗੱਦੀ ਮਿਲਦੀ ਹੈ। ਗੁਰਤਾ ਗੱਦੀ ਕਿਰਤਪੁਰ ਸਾਹਿਬ ਮਹਾਰਾਜ ਨੇ 2 ਸਾਲ ਸੇਵਾ ਕੀਤੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਉੱਥੋਂ ਦੀ ਚੱਲ ਕੇ ਦਿੱਲੀ ਆਣਾ, ਉਸ ਨੂੰ 8 ਮਹੀਨੇ ਤੇ 19 ਦਿਨ ਲੱਗੇ ਨੇ। ਕੁੱਲ ਮਿਲਾ ਕੇ ਮਹਾਰਾਜ ਗੁਰਤਾ ਗੱਦੀ ਤੇ 2 ਸਾਲ 8 ਮਹੀਨੇ ਤੇ 19 ਦਿਨ ਵਿਰਾਜਮਾਨ ਰਹੇ। ਮਤਲਬ ਮਹਾਰਾਜ ਦੀ ਜਿਹੜੀ ਆਰਬਲਾ ਹੈ ਉਹ ਦੁਨਿਆਵੀ ਵੀ ਕੋਈ 7 ਤੋਂ 8 ਵਰਿਆਂ ਦੇ ਵਿਚਕਾਰ 8 ਵਰਿਆਂ ਤੱਕ ਫਿਰ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਮਹਾਰਾਜ ਦੇ ਜਿਹੜਾ ਪ੍ਰਕਾਸ਼ ਹੋਇਆ ਕਿਰਤਪੁਰ ਸਾਹਿਬ ਦੀ ਧਰਤੀ ਤੇ, ਫਿਰ ਮਹਾਰਾਜ ਚੱਲ ਕੇ ਆਏ ਪੰਜੋਖੜਾ ਸਾਹਿਬ ਜਿੱਥੇ ਮਹਾਰਾਜ ਦੇ ਯਾਦ ਵਿੱਚ ਸਥਾਨ ਮਹਾਨ ਸਥਾਨ ਸਥਾਪਿਤ ਹੈ ਜਿੱਥੇ ਚੱਜੂ ਚੀਵਰ ਕੋਲੋਂ ਗੀਤਾ ਜੀ ਦੇ ਅੰਤ ਕਰਾਏ। ਫਿਰ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਤੇ ਫਿਰ ਉਸ ਤੋਂ ਉਪਰੰਤ ਜਿੱਥੇ ਮਹਾਰਾਜ ਦੇ ਅੰਤਿਮ ਸੰਸਕਾਰ ਹੋਏ ਜੋਤੀ ਜੋ ਸਮਾਏ ਮੂਰਤੀ ਬਾਗ ਗੁਰਦੁਆਰਾ ਸਾਹਿਬ। ਇਹ 4 ਮਹਾਨ ਸਥਾਨ ਗੁਰੂ ਸਾਹਿਬ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਜਿਹੜੇ ਨੇ ਉਹ ਸਿੱਖੀ ਸੰਗਤ ਵੱਲੋਂ ਜਿਹੜੇ ਨੇ ਉਹ ਸਥਾਪਿਤ ਕੀਤੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨੇ ਨੇ ਅਸੀਂ ਇਹ ਲੜੀਵਾਰ ਦੀਵਾਨਾਂ ਵਿੱਚ। ਮਹਾਰਾਜ ਬੜੀ ਹੀ ਆਪ ਜੀ ਨੇ ਕੱਲ ਦਰਸ਼ਨ ਕੀਤੇ ਕਿ ਐਸੀ ਮੂਰਤ ਨੇ ਜਿਹੜੇ ਬੱਚੇ ਜਿਵੇਂ ਹੁੰਦੇ ਨੇ ਨਾ, ਜਿਵੇਂ ਉਹ ਦੋਖ ਨਹੀਂ ਵੇਖਦੇ, ਬੜੇ ਨਿਰਵੈਰ ਹੁੰਦੇ ਨੇ ਅੰਦਰੋਂ, ਉਹ ਗੱਲ ਨੂੰ ਚੇਤੇ ਨਹੀਂ ਰੱਖਦੇ, ਐਵੇਂ ਹੀ ਮਹਾਰਾਜ ਨੇ ਉਹ ਦਇਆ ਦੇ ਸਾਗਰ ਨੇ। ਕਿਉਂਕਿ ਜਿੰਨਾ ਜਿਹਦਾ ਹਿਰਦਾ ਦਰਵਿਤ ਹੋਏਗਾ, ਪਿਘਲਿਆ ਹੋਏਗਾ, ਨਰਮ ਹੋਏਗਾ, ਉਨਾ ਹੀ ਉਹ ਦਇਆਵਾਨ ਹੋਏਗਾ। ਤੇ ਮਹਾਰਾਜ ਐਸੇ ਦਇਆ ਦੇ ਸਾਗਰ ਨੇ ਜਿਹੜਾ ਬਿਨਾਂ ਤਪ ਕੀਤੇ ਹੀ ਜਿਹੜੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਮਨ ਨੂੰ ਤੇ ਤਨ ਨੂੰ ਦੋਨਾਂ ਨੂੰ ਪਵਿੱਤਰ ਕਰ ਦਿੰਦੇ ਨੇ। ਤਨ ਨੂੰ ਵੀ ਰੋਗ ਰਹਿਤ ਕਰ ਦਿੰਦੇ ਨੇ ਤੇ ਮਨ ਨੂੰ ਵੀ ਰੋਗ ਰਹਿਤ ਕਰ ਦਿੰਦੇ ਨੇ। ਗੁਰਤਾ ਗੱਦੀ ਦੇ ਵਿਰਾਜਮਾਨ ਹੋਣ ਤੋਂ ਪਹਿਲੇ ਇੱਕ ਪ੍ਰਸੰਗ ਆਉਂਦਾ ਹੈ ਬੜਾ ਪਿਆਰਾ ਕਿ ਇੱਕ ਸਿੱਖ ਜਿਹੜਾ ਹੈ ਉਹ ਗੁਰੂ ਹਰਿਰਾਏ ਸਾਹਿਬ ਪਾਸ ਜਦੋਂ ਸੰਗਤ ਆਉਂਦੀ ਹੈ ਤੇ ਪੁੱਛਦਾ ਹੈ, ਮਹਾਰਾਜ ਤੁਹਾਡੇ ਦੋਨੋਂ ਹੀ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਤੇ ਹਰਕ੍ਰਿਸ਼ਨ ਸਾਹਿਬ ਜੀ ਵੀ ਦੋਨੋਂ ਹੀ ਬੜੇ ਸੁੰਦਰ ਤੇ ਹੋਣਹਾਰ ਨੇ। ਆਪ ਜੀ ਨੇ ਬਖਸ਼ਿਸ਼ ਕਿਹਦੇ ਉੱਪਰ ਕਰਨੀ ਹੈ, ਕਿਹਨੂੰ ਗੁਰਤਾ ਗੱਦੀ ਦੇ ਵਿਰਾਜਮਾਨ ਕਰਾਣਾ ਹੈ, ਕਿਹਦੇ ਉੱਪਰ ਬਖਸ਼ਿਸ਼ ਹੋਏਗੀ। ਤੇ ਮਹਾਰਾਜ ਕਹਿੰਦੇ ਇਹ ਤੇ ਭੇਦ ਦੀ ਗੱਲ ਜਦੋਂ ਗੁਰਤਾ ਗੱਦੀ ਸੌਂਪਣੀ ਹੋਵੇ ਤੇ ਪਰਖ ਕਰਕੇ ਸਿੱਖ ਸੰਗਤ ਵਿੱਚ ਪ੍ਰਗਟ ਕੀਤੀ ਜਾਂਦੀ ਹੈ। ਉਹ ਸਿੱਖ ਨੇ ਮਹਾਰਾਜ ਅੱਗੇ ਨਾ ਲਾੜ ਨਾਲ ਜਿੱਦ ਜੀ ਕਰ ਲਈ ਕਿ ਮਹਾਰਾਜ ਮੈਂ ਪ੍ਰਵਾਸੀ ਸਿੱਖਾਂ, ਪਰਦੇਸ ਤੋਂ ਆਇਆ ਹਾਂ, ਮੈਨੂੰ ਸੋਝੀ ਦਿਓ। ਮੇਰਾ ਬੜਾ ਚਿੱਤ ਕਰਦਾ ਹੈ ਕਿ ਮੈਂ ਇਹ ਜਾਣ ਕੇ ਹੀ ਜਾਵਾਂ ਇੱਥੋਂ, ਜਦੋਂ ਮੈਂ ਆਪ ਜੀ ਦੇ ਪੂਰੇ ਪਰਿਵਾਰ ਦੇ ਦਰਸ਼ਨ ਕਰ ਰਿਹਾ ਕਿਰਤਪੁਰ ਸਾਹਿਬ ਦੀ ਧਰਤੀ ਤੇ, ਇਸ ਪਵਿੱਤਰ ਧਰਤੀ ਤੇ ਮੈਂ ਇਹ ਜਾਣ ਕੇ ਜਾਵਾਂ ਕਿ ਅਗਲੀ ਜੋਤ ਜਿਹੜੀ ਹੈ ਉਹ ਕਿਹਦੇ ਵਿੱਚ ਟਿਕਣੀ ਹੈ। ਮਹਾਰਾਜ ਨੇ ਸਿੱਖ ਦੇ ਲਾੜ ਨੂੰ ਵੇਖ ਕੇ, ਉਹਦੀ ਬੇਨਤੀ ਨੂੰ ਵੇਖ ਕੇ ਕਿਹਾ ਕਿ ਇੱਕ ਸੂਈ ਦਿੱਤੀ, ਕਿਹਾ ਕਿ ਇਹ ਸੂਈ ਲੈ ਕੇ ਜਾਓ ਤੇ ਦੋਨੋਂ ਸਾਹਿਬਜ਼ਾਦਿਆਂ ਦੇ ਦਰਸ਼ਨ ਕਰੋ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ
ਜਿਹੜਾ ਹੈ ਕਿ ਉਹ ਕੀ ਇੱਕ ਮੰਜੀ ਇੱਕ ਪੀੜੇ ਬਣਵਾ ਕੇ ਦਿੱਤੇ ਹੋਏ ਸੀ, ਜਿਹਦੇ ਉੱਪਰ ਬੈਠ ਕੇ ਦੋਨੋਂ ਬਾਣੀ ਦਾ ਜਾਪ ਕਰਦੇ ਤੇ ਧਿਆਨ ਮਗਨ ਹੁੰਦੇ। ਜਦੋਂ ਮਹਾਰਾਜ ਨੇ ਕਿਹਾ ਗੁਰੂ ਹਰਿਰਾਏ ਸਾਹਿਬ ਜੀ ਨੇ ਕਿ ਸੂਈ ਲੈ ਜਾ ਤੇ ਜਾ ਕੇ ਪਰਖ ਕਰਕੇ ਆ, ਤੇ ਗੁਰੂ ਸਾਹਿਬ ਦੀ ਆਗਿਆ ਨਾਲ ਜਦੋਂ ਉਹ ਸਿੱਖ ਜਾ ਕੇ ਦਰਸ਼ਨ ਕਰਦਾ ਹੈ, ਪਹਿਲੇ ਬਾਬਾ ਰਾਮ ਰਾਏ ਜੀ ਦੇ, ਬਾਬਾ ਰਾਮ ਰਾਏ ਜੀ ਦੀ ਵੀ ਮੂਰਤ ਬੜੀ ਸੋਹਣੀ ਹੈ, ਬੜੀ ਸੁਰੀਲੀ ਆਵਾਜ਼ ਨਾਲ ਉਹ ਬਾਣੀ ਦਾ ਜਾਪ ਕਰ ਰਹੇ ਨੇ। ਤੇ ਜਾ ਕੇ ਉਹਨਾਂ ਪਾਸ ਥੋੜੀ ਦੇਰ ਬੈਠਿਆ ਕਿ ਕਿਵੇਂ ਦੀ ਮਹਿਸੂਸ ਹੁੰਦਾ ਹੈ, ਕਿੰਨੀ ਕੁ ਠੰਡਕ ਮਿਲਦੀ ਹੈ। ਉਹ ਜਦੋਂ ਬਾਣੀ ਦਾ ਜਾਪ ਕਰ ਰਹੇ ਸੀ, ਜਿਹੜੀ ਬਾਣੀ ਦੀ ਪੰਕਤੀਆਂ ਚੱਲ ਰਹੀਆਂ ਸੀ, ਉਹਨਾਂ ਦੇ ਮੁਖ ਵਿੱਚ ਉਹ ਬਾਣੀ ਦੀ ਕਿਹੜੀ ਪੰਕਤੀਆਂ ਸੀ, ਇਤਿਹਾਸ ਕਹਿੰਦਾ ਹੈ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਇਹ ਪੰਕਤੀਆਂ ਦਾ ਜਾਪ ਕਰ ਰਹੇ ਸੀ ਕਿ ਇੰਨੇ ਯਤਨਾਂ ਤੋਂ ਬਾਅਦ ਵੀ ਜਿਹਦਾ ਹਿਰਦਾ ਨਰਮ ਨਹੀਂ ਹੁੰਦਾ, ਆਤਮਾ ਦਰਵਿਤ ਨਹੀਂ ਹੁੰਦੀ, ਆਤਮਾ ਤੇ ਪਰਮਾਤਮਾ ਇੱਕ ਨਹੀਂ ਹੁੰਦੇ, ਉਹ ਦਰਗਾਹ ਵਿੱਚ ਪਰਮਾਤਮਾ ਦੀ ਹਰ ਦਰਗਹਿ ਕੋ ਕੈਸੇ ਗਵੇ, ਉਹ ਕਿਵੇਂ ਪਹੁੰਚਣਗੇ। ਇਹ ਪੰਕਤੀਆਂ ਦਾ ਜਾਪ ਬਾਬਾ ਰਾਮ ਰਾਏ ਜੀ ਕਰ ਰਹੇ ਸੀ। ਜਦੋਂ ਇਹ ਪੰਕਤੀਆਂ ਸੁਣੀਆਂ ਤੇ ਸਿੱਖ ਨੇ ਜਿਹੜੀ ਉਹ ਸੂਈ ਦਿੱਤੀ ਸੀ, ਉਹ ਜਾ ਕੇ ਉਸ ਮੰਜੀ ਦੇ ਪਾਵੇ ਨੂੰ ਜਦੋਂ ਅੰਦਰ ਕਰਨ ਦੀ ਕੋਸ਼ਿਸ਼ ਕੀਤੀ, ਚੁਬੋਈ ਨਾ, ਤੇ ਉਹ ਸੂਈ ਜਿਹੜੀ ਕਹਿੰਦੇ ਨੋਕ ਟੇਢੀ ਹੋ ਗਈ, ਪਰ ਸੂਈ ਅੰਦਰ ਨਾ ਗਈ। ਜਿਹੜੀ ਬਾਣੀ ਚੱਲ ਰਹੀ ਸੀ ਉਹਨਾਂ ਦੇ ਮੁਖ ਵਿੱਚ, ਸਿੱਖ ਨੇ ਉਹ ਜਾਣ ਲਿਆ ਕਿ ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੇ। ਫਿਰ ਕਹਿੰਦੇ ਕਿ ਹੁਣ ਹਰਿਕ੍ਰਿਸ਼ਨ ਸਾਹਿਬ ਜੀ ਦੇ ਕਮਰੇ ਵਿੱਚ ਗਏ, ਉਹ ਵੀ ਜਦੋਂ ਪੀੜੇ ਤੇ ਬਹਿ ਕੇ ਪਾਣੀ ਦਾ ਜਾਪ ਕਰ ਰਹੇ ਸੀ, ਤੇ ਉਹਨਾਂ ਨੂੰ ਤੇ ਵੇਖ ਕੇ ਹੀ ਬੜੀ ਠੰਡਕ ਪੈ ਗਈ। ਤੇਰਾ ਮੁਖ ਸੁਹਾਵਾ ਸਹਿਜ ਧੁਨ ਬਾਣੀ, ਇੰਨਾ ਸੋਹਣਾ ਮੁਖ ਤੇ ਇੰਨੀ ਸਹਿਜਤਾ ਨਾਲ ਬਾਣੀ ਦਾ ਪਾਠ ਹੋ ਰਿਹਾ ਹੈ। ਸਹਿਜ ਇਹਨੂੰ ਕਹਿੰਦੇ ਨੇ ਸੰਗਤ ਜੀ, ਜਦੋਂ ਅੰਦਰ ਕੋਈ ਵੀ ਸੰਸਾ ਨਹੀਂ ਰਹਿ ਜਾਂਦਾ। ਜਦੋਂ ਕੋਈ ਸੰਸਾ ਹੁੰਦਾ ਹੈ ਤੇ ਉਹ ਸਹਿਜ ਅਵਸਥਾ ਨਹੀਂ ਹੁੰਦੀ। ਜਦੋਂ ਸਾਡੇ ਮਨ ਵਿੱਚ ਦੁਵਿਧਾ ਹੁੰਦੀ ਹੈ ਕਿ ਕਿਹੜਾ ਰਸਤਾ ਚੁਣਨਾ ਹੈ, ਕਿਵੇਂ ਕਰਨਾ ਹੈ, ਕਿਵੇਂ ਗੱਲ ਕਰਨੀ ਹੈ, ਤੇ ਸਹਿਜ ਵਿੱਚ ਨਹੀਂ ਅਸੀਂ ਹੁੰਦੇ। ਨੈਚੁਰਲ ਜਿਹਨੂੰ ਕਹਿੰਦੇ ਨਾ, ਸਹਿਜ ਵਿੱਚ, ਮਿੱਠੇਪਨ ਵਿੱਚ, ਦਇਆ ਵਿੱਚ, ਸਮਤਾ ਵਿੱਚ, ਧਰਮ ਵਿੱਚ, ਸੰਤੋਖ ਵਿੱਚ ਨਹੀਂ ਹੁੰਦੇ। ਜਦੋਂ ਮਨ ਵਿੱਚ ਕੋਈ ਦੁਵਿਧਾ ਹੁੰਦੀ ਹੈ, ਸਹਿਜ ਅਵਸਥਾ ਬੜੀ ਔਖੀ ਮਿਲਦੀ ਹੈ। ਉਹ ਸਹਿਜ ਅਵਸਥਾ ਵਿੱਚ ਬਾਣੀ ਦਾ ਜਾਪ ਕਰ ਰਹੇ ਸੀ, ਤੇ ਮੂਰਤ ਬੜੀ ਛੋਟੀ, ਕੋਈ 4 ਵਰਿਆਂ ਦੀ ਉਸ ਸਮੇਂ ਮਹਾਰਾਜ ਦੀ 4.5 ਵਰਿਆਂ ਦੀ ਆਯੂ ਹੋਏਗੀ ਜਦੋਂ ਪ੍ਰਸੰਗ ਹੋਇਆ। ਕਹਿੰਦੇ ਜਦੋਂ ਦੇਖਿਆ ਕਿ ਮਹਾਰਾਜ ਬਾਣੀ ਦਾ ਜਾਪ ਕਰ ਰਹੇ ਨੇ, ਤੇ ਬਾਣੀ ਦੀ ਕਿਹੜੀਆਂ ਤੁਕਾਂ ਚੱਲ ਰਹੀਆਂ ਨੇ, ਬਾਣੀ ਪੜ੍ਹ ਰਹੇ ਸੀ, ਨਦਰ ਕਰੇ ਤਾਂ ਸਿਮਰਿਆ ਜਾਏ। ਕਿਹੜੀ ਬਾਣੀ ਪੜ੍ਹ ਰਹੇ ਸੀ? ਮਹੱਲੇ ਪਹਿਲੇ ਦੀ, ਗੁਰੂ ਨਾਨਕ ਪਾਤਸ਼ਾਹ ਦੀ, ਨਦਰ ਕਰੇ ਤਾਂ ਸਿਮਰਿਆ ਜਾਏ। ਮਹਾਰਾਜ ਜਦੋਂ ਇਹ ਬਾਣੀ ਦਾ ਪਾਠ ਕਰ ਰਹੇ ਕਿ ਵੀ ਆਤਮਾ ਵੀ ਉਸੇ ਜਾਪ ਨਾਲ ਦਰਵਿਤ ਹੁੰਦੀ ਹੈ ਜਿਹਦੇ ਵਿੱਚ ਨਿਮਰਤਾ ਹੋਵੇ। ਕਿ ਮਹਾਰਾਜ ਇਹ ਜਾਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿਮਰਨ ਕਰ ਰਹੇ ਨੇ ਕਿ ਇਹ ਸਿਮਰਨ ਦੀ ਬਖਸ਼ਿਸ਼ ਵੀ ਅਕਾਲ ਪੁਰਖ ਦੀ ਦਇਆ ਨਾਲ, ਨਦਰ ਨਾਲ ਮਿਲਦੀ ਹੈ। ਆਤਮਾ ਦਰਵੇ, ਉਹਦੀ ਆਤਮਾ ਜਿਹੜੀ ਦਰਵਿਤ ਹੁੰਦੀ ਹੈ, ਉਹ ਅਕਾਲ ਪੁਰਖ ਵਿੱਚ ਇੱਕ ਮਿਕ ਹੋ ਜਾਂਦੀ ਹੈ। ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਇਹ ਪੰਕਤੀਆਂ ਦਾ ਜਾਪ ਕਰ ਰਹੇ ਸੀ। ਜਦੋਂ ਸੂਈ ਨੂੰ ਫਿਰ ਹੁਣ ਸਿੱਖ ਨੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੰਜੀ ਦੇ ਜਿਹੜੇ ਪਾਵੇ ਤੇ ਜਿਹੜਾ ਚੁਗਾਉਣਾ ਕੀਤਾ, ਤੇ ਸੂਈ ਅੰਦਰ ਹੀ ਚਲੀ ਗਈ, ਮੂੰਹ ਮਾਕੜ ਪਿਘਲ ਕੇ ਸਿੱਖ ਦੇ ਹੱਥ ਵਿੱਚ ਹੀ ਨਹੀਂ ਆਏ। ਇਹ ਕਿਹੜੀ ਪੰਕਤੀਆਂ ਸੀ? ਅੰਤਰ ਕੀ ਦੁਬਿਧਾ ਅੰਤਰ ਮਰੈ। ਉਹ ਮਹਾਰਾਜ ਜਦੋਂ ਐਵੇਂ ਪੰਕਤੀਆਂ ਦੇ ਜਾਪ ਕਰਦੇ, ਤੇ ਸਿੱਖ ਸਮਝ ਗਿਆ ਕਿ ਕਿੰਨੀ ਠੰਡਕ, ਕਿੰਨੀ ਆਨੰਦ ਹੈ, ਕਿੰਨੀ ਸਹਿਜ ਅਵਸਥਾ ਹੈ। ਤੇ ਜਿਹੜੀ ਮੰਜੀ ਤੇ ਬੈਠ ਕੇ ਬਾਣੀ ਦਾ ਜਾਪ ਕਰਦੇ ਨੇ, ਉਹ ਮੰਜੀ ਵੀ ਜਿਹੜੀ ਹੈ ਉਹ ਦਰਵੀਭੂਤ ਹੋ ਚੁੱਕੀ ਹੈ, ਉਹ ਵੀ ਪਰਮਾਤਮਾ ਵਿੱਚ ਇੱਕ ਮਿਕ ਹੋ ਚੁੱਕੀ ਹੈ। ਉਹ ਵੀ ਸਿਮਰਨ ਦੇ ਆਸਰੇ ਜਿਹੜਾ ਹੈ ਕਿ ਸੂਈ ਉਹਦੇ ਅੰਦਰ ਹੀ ਸਮਾ ਗਈ ਹੈ। ਜਿਵੇਂ ਮਹਾਰਾਜ ਸਭ ਦੇ ਦੁੱਖਾਂ ਨੂੰ, ਕਲੇਸ਼ਾਂ ਨੂੰ ਅੰਦਰ ਸਮਾ ਲੈਣਗੇ। ਅਕਾਲ ਪੁਰਖ ਜਿਹੜੇ ਹੁੰਦੇ ਨੇ ਉਹ ਦੁੱਖ ਸੁੱਖ ਦੀ ਅਵਸਥਾ ਤੋਂ ਉੱਪਰ ਹੁੰਦੇ ਨੇ, ਉਹਨਾਂ ਨੂੰ ਦੁੱਖ ਸੁੱਖ ਨਹੀਂ ਪਾਉਂਦੇ। ਫਿਰ ਵੀ ਜਦੋਂ ਗੁਰੂ ਦੀ ਕਲਾ ਵਿੱਚ ਆਉਂਦੇ ਨੇ, ਗੁਰੂ ਦੇ ਰੂਪ ਵਿੱਚ ਆਉਂਦੇ ਨੇ, ਤੇ ਇੱਕ ਵਿਲੱਖਣ ਬਾਤ ਕੀ ਹੁੰਦੀ ਹੈ? ਦੁੱਖ ਪਾਏ ਤੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਬੇ ਤੇ ਸੁਖੀ। ਜਦੋਂ ਕਿਸੇ ਦਾ ਦੁੱਖ ਵੇਖਦੇ ਨੇ ਤਾਂ ਦੁਖੀ ਹੁੰਦੇ ਨੇ, ਉਹਦਾ ਦੁੱਖ ਦੂਰ ਕਰਨ ਦਾ ਯਤਨ ਕਰਦੇ ਨੇ। ਜਦੋਂ ਮਹਾਤਮਾਵਾਂ ਨੂੰ, ਸੰਗਤਾਂ ਨੂੰ ਸੁਖੀ ਵੇਖਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਤੇ ਚਿੰਟੀ ਤੇ ਕੁੰਚ ਰਸੂਲਾ। ਚੀਟੀ ਤੋਂ ਲੈ ਕੇ ਹਾਥੀ ਤੱਕ ਸਭ ਤੇ ਦਇਆ ਕਰਕੇ, ਕਿਰਪਾ ਕਰਕੇ ਖੁਸ਼ ਹੁੰਦੇ ਨੇ। ਇੱਕ ਸਮ ਦ੍ਰਿਸ਼ਟੀ ਨਾਲ ਸਭ ਨੂੰ ਵੇਖਦੇ ਨੇ। ਬੜੀ ਉਹਨਾਂ ਦੇ ਵਿੱਚ ਵਿਲੱਖਣ ਬਾਤਾਂ ਵੀ ਹੁੰਦੀਆਂ ਜਿਨ੍ਹਾਂ ਨੂੰ ਸਮਝ ਨਹੀਂ ਸਕਦੇ। ਤਾਂ ਹੀ ਤੇ ਕਹਿ ਰਹੇ ਨਾ, ਅੰਤ ਨਾ ਸਿਫਤੀ
ਕਹਿ ਨਾਨਕ ਅੰਤ ਨਾ ਕਰਨੇ, ਦੇਣ ਨਾ ਅੰਤ, ਅੰਤ ਨਹੀਂ ਪਾਇਆ ਜਾ ਸਕਦਾ। ਉਹਨਾਂ ਦਾ ਕੈਸਾ ਉਹਨਾਂ ਦਾ ਸੁਭਾਅ ਹੁੰਦਾ ਹੈ। ਕਦੀ ਲੱਗੇਗਾ ਬੜਾ ਨਿਆਇਕਾਰੀ ਸੁਭਾਅ ਹੈ, ਜਿਨੇ ਜੋ ਬੀਜੇ ਉਹਨੂੰ ਉਹੀ ਕੱਟਣਾ ਪੈ ਰਿਹਾ। ਅਗਰ ਇਹਨੇ ਚੰਗੇ ਕਰਮ ਨਹੀਂ ਕੀਤੇ ਸੀ ਤੇ ਇਹ ਦੁੱਖਾਂ ਦਾ ਜਦੋਂ ਪਹਾੜ ਦੇ ਉੱਪਰ ਟੁੱਟ ਪਿਆ। ਤੇ ਕਦੀ ਲੱਗਦਾ ਬੜੇ ਦਿਆਲੂ ਨੇ, ਸਾਡੇ ਸਾਰੇ ਅਵਗੁਣ ਮਾਫ ਕਰਕੇ, ਸਾਡੇ ਪਾਪਾਂ ਨੂੰ ਮਾਫ ਕਰਕੇ, ਸਾਨੂੰ ਆਪਣੇ ਚਰਣੀ ਰੱਖ ਕੇ ਤੇ ਸਾਡੀ ਜਿਹੜੀ ਇੱਕ ਫਾਂਸੀ ਦੀ ਸਜ਼ਾ ਸੀ ਉਹਨੂੰ ਵੀ ਕੰਢੇ ਵਿੱਚ ਬਦਲ ਦਿੱਤਾ। ਮਹਾਰਾਜ ਦੀ ਜਿਹੜੀ ਲੀਲਾ ਹੈ ਉਹ ਮਹਾਰਾਜ ਹੀ ਜਾਣਦੇ ਨੇ। ਜਦੋਂ ਸਿੱਖ ਨੇ ਐਵੇਂ ਵੇਖਿਆ ਤੇ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਕੋਲ ਮੱਥਾ ਟੇਕਿਆ। ਗੁਰੂ ਹਰਿਰਾਏ ਸਾਹਿਬ ਜੀ ਨੇ ਪੁੱਛਣਾ ਕੀਤਾ, ਸਿੱਖਾਂ ਕੀ ਵੇਖਿਆ, ਕੀ ਦਰਸ਼ਨ ਕੀਤੇ ਨੇ? ਤੇ ਜਾ ਕੇ ਭੇਦ ਦੱਸਿਆ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਤੁਸੀਂ ਕਿਰਪਾ ਕਰਨੀ। ਫਿਰ ਮਹਾਰਾਜ ਮੁਸਕਰਾਏ, ਮੁਸਕਰਾ ਕੇ ਕਹਿੰਦੇ, ਸਿੱਖਾਂ ਹਲੇ ਇਹ ਭੇਦ ਜਿਹੜਾ ਨਾ ਸੰਗਤ ਵਿੱਚ ਪ੍ਰਗਟ ਨਹੀਂ ਕਰਨਾ, ਕਿਉਂਕਿ ਹਲੇ ਸਮਾਂ ਨਹੀਂ ਆਇਆ ਗੁਰਤਾ ਗੱਦੀ ਦਾ। ਇਹ ਪਰਖ ਮਹਾਰਾਜ ਵੱਲੋਂ ਪਹਿਲੇ ਹੀ ਹੋ ਗਈ ਸੀ, ਕਿਉਂਕਿ ਪਰਖ ਦੀ ਇੱਕ ਮਰਿਆਦਾ ਹੈ ਜੋ ਮਰਿਆਦਾ ਮਹਾਰਾਜ ਨੇ ਪਹਿਲੇ ਹੀ ਪੂਰੀ ਕਰ ਦਿੱਤੀ। ਫਿਰ ਜਦੋਂ ਗੁਰਤਾ ਗੱਦੀ ਨਾ ਮਿਲਣ ਦਾ, ਬਾਬਾ ਰਾਮ ਰਾਏ ਜੀ ਵੱਡੇ ਪੁੱਤਰ ਸੀ। ਦੂਸਰਾ ਕਾਰਨ ਕੀ ਸੀ? ਇੱਕ ਤੇ ਪਹਿਲਾ ਕਾਰਨ ਸਮਝ ਆ ਗਿਆ, ਬਾਣੀ ਜਿਹੜੀ ਅੰਦਰ ਜਾ ਕੇ ਹਿਰਦੇ ਨੂੰ ਹਲੇ ਦ੍ਰਵੀਭੂਤ ਨਹੀਂ ਕੀਤਾ, ਪਿਘਲਾਇਆ ਨਹੀਂ, ਆਤਮਾ ਤੇ ਪ੍ਰਮਾਤਮਾ ਇੱਕ ਨਹੀਂ ਹੋਏ। ਦੂਸਰਾ ਕਿਹੜਾ ਕਾਰਨ ਹੈ? ਜਦੋਂ ਮਹਾਰਾਜ ਨੇ ਥਾਪੜਾ ਦੇ ਕੇ ਦਿੱਲੀ ਭੇਜਿਆ, ਔਰੰਗਜ਼ੇਬ ਵੱਲੋਂ ਜਦੋਂ ਜਿੱਦ ਕੀਤੀ ਜਾਂਦੀ ਹੈ ਕਿ ਆ ਕੇ ਦਰਸ਼ਨ ਦਿਓ, ਤੇ ਗੁਰੂ ਹਰਿਰਾਏ ਸਾਹਿਬ ਜੀ ਪਾਪੀ ਨੂੰ ਦਰਸ਼ਨ ਨਹੀਂ ਦੇਣਾ ਚਾਹੁੰਦੇ, ਜਿਨੇ ਆਪਣੇ ਭਰਾਵਾਂ ਦਾ ਜਾਂ ਆਪਣੇ ਪਿਤਾ ਦਾ ਕਤਲ ਕਰਕੇ ਰਾਜ ਗੱਦੀ ਤੇ ਜਿਹੜਾ ਬੈਠਾ ਹੋਏ, ਐਸਾ ਪਾਪੀ ਹੈ। ਮਹਾਰਾਜ ਉਹ ਦਰਸ਼ਨ ਨਹੀਂ ਦੇਣਾ ਚਾਹੁੰਦੇ ਤੇ ਮਹਾਰਾਜ ਨੇ ਬਾਬਾ ਰਾਮ ਰਾਏ ਜੀ ਨੂੰ ਕਿਹਾ ਕਿ ਤੁਸੀਂ ਜਾਓ, ਤੇ ਉਹਨਾਂ ਨੂੰ ਥਾਪੜਾ ਦੇ ਕੇ ਭੇਜਿਆ। ਕਲਾਮ ਜੀ ਨੇ ਸ਼ਰਵਣ ਕੀਤਾ ਕਿ ਜੋ ਤੁਸੀਂ ਆਪਣੇ 32 ਦੰਦਾਂ ਚੋਂ ਕਹੋਗੇ ਉਹ ਪੂਰਾ ਹੋਏਗਾ। ਉੱਥੇ ਜਦੋਂ ਉਹ ਜਾਂਦੇ ਨੇ ਤੇ ਉਹਨਾਂ ਨੇ ਔਰੰਗਜ਼ੇਬ ਨਾਲ ਇੰਨੀ ਦੋਸਤੀ ਕਰ ਲਈ, ਇੰਨਾ ਰਸ, ਇੰਨਾ ਪਿਆਰ ਪੈਦਾ ਕਰ ਲਿੱਤਾ ਕਿ ਉਹਨਾਂ ਨੂੰ ਕਰਾਮਾਤਾਂ ਦਿਖਾ ਕੇ ਹੋਰ ਵੀ ਜਿਹੜੀ ਉੱਥੇ ਸੰਗਤ ਸੀ, ਉਹ ਵੀ ਜਿਹੜੀ ਦਿੱਲੀ ਦੀ ਹੋਰ ਲੁਕਾਈ ਸੀ, ਸਾਰੀ ਬਾਬਾ ਰਾਮ ਰਾਏ ਜੀ ਨੂੰ ਮੰਨਣ ਲੱਗ ਪੈਂਦੀ। ਬਾਬਾ ਰਾਮ ਰਾਏ ਜੀ ਨੂੰ ਕਹਿੰਦੇ ਨੇ ਕਿ 13,000 ਰੁਪਏ ਰੋਜ਼ ਔਰੰਗਜ਼ੇਬ ਵੱਲੋਂ ਖਰਚਾ ਦਿੱਤਾ ਜਾਂਦਾ ਸੀ। ਜਿਹੜੇ ਉਹਨਾਂ ਨੇ ਸੈਨਾ ਰੱਖੀ ਹੋਈ, ਜਿਹੜੀ ਸਿੱਖ ਸੰਗਤ ਸੀ, ਜਿਹੜੇ ਲੰਗਰ ਚੱਲਦੇ ਸੀ, ਹਾਥੀ ਘੋੜੇ ਪਾਲਕੀਆਂ, ਜੋ ਵੀ ਜਿਨ੍ਹਾਂ ਦਾ ਖਰਚਾ ਸੀ, 13,000 ਰੁਪਏ ਰੋਜ਼ ਔਰੰਗਜ਼ੇਬ ਵੱਲੋਂ ਖਰਚਾ ਵੀ ਦਿੱਤਾ ਜਾਂਦਾ ਸੀ। ਇੰਨਾ ਔਰੰਗਜ਼ੇਬ ਕਰਾਮਾਤਾਂ ਨੂੰ ਮੰਨਦਾ ਸੀ ਤੇ ਬਾਬਾ ਰਾਮ ਰਾਏ ਜੀ ਨਾਲ ਇੰਨੀ ਦੋਸਤੀ ਹੋ ਗਈ ਸੀ। ਬਾਬਾ ਰਾਮ ਰਾਏ ਜੀ ਨੂੰ ਉੱਚੇ ਸਿੰਘਾਸਨ ਤੇ ਆਪਣੀ ਸਭਾ ਵਿੱਚ ਵਿਰਾਜਮਾਨ ਕਰਵਾਉਂਦਾ ਸੀ। ਜਦੋਂ ਐਵੇਂ ਚੱਲ ਰਿਹਾ ਸੀ ਤੇ ਕੁਝਾਂ ਨੇ ਭੜਕਾਇਆ ਕਿ ਬਾਣੀ ਦਾ ਜਿਹੜਾ ਅਰਥ ਪੁੱਛਣਾ ਕਰੋ ਬਾਬਾ ਰਾਮ ਰਾਏ ਜੀ ਕੋਲੋਂ। ਮਿੱਟੀ ਮੁਸਲਮਾਨ ਕੀ ਪੇੜੇ ਪੇੜੇ ਪਈ ਗੁਮਿਹਾਰ। ਜਦੋਂ ਐਵੇਂ ਪੁੱਛਣਾ ਕੀਤਾ ਤੇ ਹੁਣ ਬਾਬਾ ਰਾਮ ਰਾਏ ਜੀ ਸੋਚਦੇ ਨੇ ਜਿਨ੍ਹਾਂ ਨੇ ਚੁੱਕਿਆ ਔਰੰਗਜ਼ੇਬ ਨੂੰ, ਉਹਨਾਂ ਦਾ ਇਹ ਮੰਤਵ ਹੈ ਕਿ ਬਾਬਾ ਰਾਮ ਰਾਏ ਦਾ ਤੇ ਔਰੰਗਜ਼ੇਬ ਦਾ ਆਪਸੀ ਪਿਆਰ ਘਟ ਜਾਏ। ਤੇ ਹੁਣ ਜਦੋਂ ਇਹ ਬਾਣੀ ਦੇ ਅਰਥ ਕਰਕੇ ਦੱਸਣੇ ਸੀ ਤੇ ਬਾਣੀ ਨੂੰ ਪਲਟਾ ਦਿੱਤਾ ਤੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ ਪੇੜੇ ਪਈ ਗੁਮਿਹਾਰ। ਜਦੋਂ ਇਹਨੇ ਬਾਣੀ ਪਲਟਾਤੀ, ਸਿੱਖਾਂ ਵੱਲੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਖਬਰ ਮਿਲੀ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਛੇਕ ਦਿੱਤਾ, ਜਿਵੇਂ ਕਹਿੰਦੇ ਨਾ ਬੇਦਖਲ ਕਰ ਦਿੱਤਾ, ਤੇ ਕਿਹਾ ਹੁਣ ਸਾਡੇ ਮੱਥੇ ਨਾ ਲੱਗੇ ਤੇ ਗੁਰਤਾ ਗੱਦੀ ਤੋਂ ਵੀ ਬੇਦਖਲ ਕਰਕੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤੀ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ, ਨਾਲੇ ਇਹ ਵੀ ਕਿਹਾ ਕਿ ਜਿਹੜੇ ਸਿੱਖ ਬਾਣੀ ਦਾ ਅਦਬ ਨਹੀਂ ਕਰਦੇ ਉਹ ਮੇਰੇ ਸਿੱਖ ਹੀ ਨਹੀਂ। ਗੁਰੂ ਹਰਿਰਾਏ ਸਾਹਿਬ ਜੀ ਨੇ ਬਾਣੀ ਦਾ ਬਹੁਤ ਅਦਬ ਕੀਤਾ, ਸਤਿਕਾਰ ਕੀਤਾ ਤੇ ਸਿੱਖਾਂ ਨੂੰ ਸਮਝਾਣਾ ਕੀਤਾ ਕਿ ਮੈਂ ਆਪਣੇ ਪੁੱਤਰ ਦਾ ਵੀ ਮੂੰਹ ਨਹੀਂ ਵੇਖਾਂਗਾ ਜੇ ਮੈਂ ਬਾਣੀ ਦਾ ਅਦਬ ਨਹੀਂ ਰੱਖਿਆ। ਗੁਰੂ ਹਰਿਰਾਏ ਸਾਹਿਬ ਜੀ ਦਾ ਕਹਿਣਾ ਕੀ ਸੀ? ਜਿੱਤੀ ਸ਼ਕਤੀ ਦੇ ਕੇ ਭੇਜੀ ਸੀ। ਜੇ ਪਦਮਨੀਆਂ ਨੂੰ ਬੁਲਾ ਸਕਦਾ ਸੀ, ਜੇ ਜਿੰਦਿਆਂ ਮਰਿਆਂ ਨੂੰ ਜਿੰਦਾ ਕਰ ਸਕਦਾ ਸੀ, ਜੇ ਖੂਹ ਤੇ ਚੱਦਰ ਪਾ ਕੇ ਬੈਠ ਸਕਦਾ ਸੀ, ਇੰਨੇ ਥਾਪੜਾ ਦੇ ਕੇ ਭੇਜਿਆ ਸੀ। ਤੇ ਜਿਹੜੀ ਬਾਣੀ ਹੈ ਉਹਦੇ ਅਰਥ ਨੂੰ ਸਾਖਸ਼ਾਤ ਦਿਖਾ ਵੀ ਸਕਦਾ ਸੀ ਔਰੰਗਜ਼ੇਬ। ਮਿੱਟੀ ਮੁਸਲਮਾਨ ਦੀ ਘੁਮਿਆਰ ਦੇ ਪੇੜੇ ਪਈ ਵਿਖਾ ਵੀ ਸਕਦਾ ਸੀ ਆਪਣੀ ਸ਼ਕਤੀ ਨਾਲ, ਪਰ ਬਾਣੀ ਦੇ ਸਤਿਕਾਰ ਵਿੱਚ ਸ਼ਕਤੀ ਨਹੀਂ ਦਿਖਾਈ। ਸ਼ਕਤੀ ਕਿੱਥੋਂ ਦਿਖਾਈ? ਔਰੰਗਜ਼ੇਬ ਨੂੰ ਪ੍ਰਭਾਵਿਤ ਕਰਨ ਲਈ। ਬਾਣੀ ਦੇ ਸਤਿਕਾਰ ਵਿੱਚ ਸ਼ਕਤੀ ਦਾ ਪ੍ਰਯੋਗ ਨਹੀਂ ਕੀਤਾ ਤੇ ਮਹਾਰਾਜ ਦੀ ਨਾਰਾਜ਼ਗੀ ਹੋਈ ਕਿ ਇਹ ਬਾਣੀ ਦਾ ਸਤਿਕਾਰ ਰੱਖ ਸਕਦਾ ਸੀ, ਵਿਖਾ ਸਕਦਾ ਸੀ ਔਰੰਗਜ਼ੇਬ ਨੂੰ, ਬਾਕੀ ਸੰਗਤ ਨੂੰ ਵੀ, ਕਿ ਬਾਣੀ ਜਿਹੜੀ ਹੈ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਹਮੇਸ਼ਾ ਸੱਚ ਹੀ ਹੈ। ਇਹਦੇ ਦੁਨਿਆਵੀ ਅਰਥ ਵੀ ਸੱਚ ਨੇ ਤੇ ਅੰਤਰੀਵ ਭਾਵ ਵੀ ਸਾਰੇ ਸੱਚ ਨੇ ਤੇ ਹਰ ਸਮੇਂ ਹਰ ਕਾਲ ਵਿੱਚ ਸੱਚ ਨੇ। ਕਦੀ ਝੂਠ ਕਦੀ ਰੱਤਾ ਮਾਤਰ ਵਿੱਚ ਜਿਹੜੀ ਹੈ ਮਿਲਾਵਟ ਹੋ ਹੀ ਨਹੀਂ ਸਕਦੀ। ਇਹ ਬਾਣੀ ਦਾ ਅਦਬ ਨਹੀਂ ਰੱਖਿਆ।
ਤੇ ਫਿਰ ਮਹਾਰਾਜ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਰਾਇਆ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮੋਹਣੀ ਮੂਰਤ ਐਸੀ ਹੈ ਜਿਨ੍ਹਾਂ ਦੇ ਦਰਸ਼ਨ ਮਾਤਰ ਨਾਲ ਹੀ ਸਭ ਦੇ ਦੁੱਖ ਕਲੇਸ਼ ਪਾਪ ਕੱਟੇ ਜਾਂਦੇ ਨੇ। ਬਿਨਾਂ ਤਪ ਕੀਤੇ ਹੀ ਸਿੱਖ ਜਿਹੜੇ ਨੇ, ਇਹ ਗੱਲ ਜਿਹੜੀ ਦੂਰ ਦੂਰ ਤੱਕ ਹੋ ਰਹੀ ਹੈ ਕਿ ਮਹਾਰਾਜ ਦੇ ਦਰਸ਼ਨ ਕਰੋ, ਆ ਕੇ ਨਤਮਸਤਕ ਹੋਵੋ ਤੇ ਮਨ ਤੇ ਤਨ ਦੇ ਰੋਗ ਜਿਹੜੇ ਨੇ ਉਹ ਦੂਰ ਕਰ ਲਓ। ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਤੇ ਬਾਬਾ ਰਾਮ ਰਾਏ ਜੀ ਈਰਖਾ ਵਿੱਚ ਸੜ ਰਹੇ ਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਕੀਰਤੀ ਹੈ ਉਹ ਦੂਰ ਦੂਰ ਤੱਕ ਫੈਲ ਰਹੀ ਹੈ। ਕਿਉਂ ਫੈਲ ਰਹੀ ਹੈ? ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਮਹਾਰਾਜ ਦੀ ਅਵਸਥਾ ਜਿਹੜੀ ਹੈ ਇੰਨੀ ਸੋਹਣੀ ਅਵਸਥਾ, ਜਦੋਂ ਸਿੱਖ ਨੇ ਦਰਸ਼ਨ ਕੀਤੇ ਉਹੀਓ ਫਿਰ ਧੀਰ ਗੰਭੀਰ ਹਿਰਦੇ ਨਾਲ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਨੇ। ਮਹਾਰਾਜ ਦੀ ਉਹੀਓ ਜਿਹੜੀ ਦਾਤ ਹੈ ਸਿਮਰਨ ਦੀ, ਉਹੀਓ ਆਪਣੇ ਸਿੱਖਾਂ ਨੂੰ ਦੇ ਰਹੇ ਨੇ। ਜਿਹੜੀ ਦਾਤ ਗੁਰੂ ਹਰਿਰਾਏ ਸਾਹਿਬ ਜੀ ਨੇ ਉਹਨਾਂ ਦੇ ਅੰਤਰ ਟਿਕਾਈ, ਜਿਹੜੀ ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੇ ਰਹੇ ਲਿਵ ਲਾਏ, ਉਹੀਓ ਜਿਹੜੀ ਦਾਤ ਹੈ ਲਿਵ ਲਾਣ ਦੀ, ਉਹੀਓ ਗੁਰਸਿੱਖਾਂ ਦੇ ਅੰਦਰ ਟਿਕਾਈ ਨਾਮ ਦੀ ਦਾਤ। ਨਾਮ ਦੀ ਦਾਤ ਦੇ ਕੇ ਸਾਰਿਆਂ ਨੂੰ ਤਾਰਨਾ ਕੀਤਾ। ਮਹਾਰਾਜ ਦੀ ਜਿਹੜੀ ਦੀਵਾਨਾਂ ਵਿੱਚ ਯਾਦ ਦੀ ਦੀਵਾਨ ਜੋ ਸਜ ਰਹੇ ਨੇ, ਉਹਨਾਂ ਵਿੱਚ ਜੋ ਬਾਣੀ ਦੇ ਜਾਪ ਕਰਦੇ ਆ, ਉਹਨਾਂ ਦੇ ਅਰਥ ਵਿਚਾਰ। ਅਗਲਾ ਸ਼ਬਦ ਹੈ ਸਾਡਾ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੁਕੇ ਹਰੇ ਕੀਏ ਖਿਨ ਮਾਹੇ। ਮਹਾਰਾਜ ਕਹਿੰਦੇ ਕਿ ਇੱਕ ਖਿਨ ਮਾਤਰ ਵਿੱਚ ਸੁੱਕਿਆ ਹੋਇਆ ਨੂੰ ਹਰਿਆ ਕਰ ਦਿੰਦੇ ਨੇ। ਜਿਹੜੇ ਘੁਮਨਾ ਗਏ ਨੇ ਉਹਨਾਂ ਨੂੰ ਹਰਿਆ ਭਰਿਆ, ਜਿਹੜੇ ਦੁਖੀ ਨੇ ਉਹਨਾਂ ਨੂੰ ਖੁਸ਼ ਤੇ ਸੁਖੀ ਅਵਸਥਾ ਵਿੱਚ ਕਰ ਦਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਉਹਨਾਂ ਦੀ ਪ੍ਰਥਾਈ ਬਾਣੀ ਪੜ੍ਹ ਰਿਹਾ ਨਾ, ਮਹਾਂਪੁਰਖਾਂ ਵੱਲੋਂ ਦੁੱਖ ਭੰਜਨੀ ਸਾਹਿਬ ਦੇ ਜਿਹੜੇ ਦੁੱਖਾਂ ਨੂੰ ਨਾਸ ਕਰਨ ਵਾਲੀ ਇਹ ਬਾਣੀ ਜਿਹੜੀ ਹੈ, ਕੁਝ ਸ਼ਬਦਾਂ ਨੂੰ ਇਕੱਤਰ ਕੀਤਾ ਗਿਆ ਤੇ ਸਿਰਲੇਖ ਦੇ ਦਿੱਤਾ ਦੁੱਖ ਭੰਜਨੀ ਸਾਹਿਬ। ਆਪ ਜੀ ਨੇ ਕੱਲ ਵੀ ਦੱਸਿਆ ਸੀ ਕਿ ਇਵੇਂ ਦੁੱਖ ਭੰਜਨੀ ਸਾਹਿਬ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਰਜ ਨਹੀਂ ਹੈ, ਪਰ ਸਾਰੇ ਸ਼ਬਦ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹੱਲਾ ਪੰਜਵਾਂ ਦੀ ਬਾਣੀ ਪੜ੍ਹ ਰਿਹਾ ਹੈ ਵਾਲੇ ਗੌੜੀ ਮਹੱਲਾ ਪੰਜਵਾਂ। ਪਰ ਜਿਹੜਾ ਸਿਰਲੇਖ ਹੇਠ ਹੈ ਕੁਝ ਸ਼ਬਦਾਂ ਨੂੰ ਇਕੱਤਰ ਕੀਤਾ ਗਿਆ ਹੈ, ਇਹ ਮਹਾਂਪੁਰਖਾਂ ਵੱਲੋਂ ਕੀਤਾ ਗਿਆ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਵੇਂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟ ਪਾ ਕੇ ਆਪਣੇ ਦ੍ਰਿਸ਼ਟੀ ਪਾਉਂਦੇ ਨੇ ਤੇ ਨਾਮ ਦੇ ਜਲ ਨਾਲ ਸਾਰਿਆਂ ਨੂੰ ਸਿੰਜ ਦਿੰਦੇ ਨੇ। ਸਿੰਜਣਾ ਕਹਿੰਦੇ ਨੇ ਨਾ, ਪੌਦਿਆਂ ਨੂੰ ਕਿਵੇਂ ਸਿੰਜੀਦਾ, ਕੋਈ ਜਲ ਪਾਈਦਾ। ਕਹਿੰਦੇ ਉਹਨਾਂ ਨੂੰ ਸੁੱਕਿਆ ਹੋਇਆ ਨੂੰ ਹਰਿਆ ਕਰਨ ਲਈ ਜਿਹੜੀ ਸੰਗਤ ਸਾਹਮਣੇ ਆਉਂਦੀ ਹੈ, ਉਹ ਸੁੱਕੀ ਹੋਈ ਸੰਗਤ ਨੂੰ, ਉਹਨਾਂ ਸੁੱਕਿਆ ਹੋਇਆ ਮਨਾਂ ਨੂੰ, ਉਹ ਸੁੱਕਿਆ ਹੋਇਆ ਤਨਾਂ ਨੂੰ ਹਰਾ ਕਰਨ ਲਈ, ਉਹਨਾਂ ਨੂੰ ਸੁਖ ਦੇਣ ਲਈ, ਉਹਨਾਂ ਦੇ ਦੁੱਖਾਂ ਦਾ ਨਾਸ ਕਰਨ ਲਈ ਮਹਾਰਾਜ ਆਪਣੀ ਅੰਮ੍ਰਿਤ ਭਰੀ ਨਿਗਾਹ ਉਹਨਾਂ ਉੱਪਰ ਪਾਉਂਦੇ ਨੇ ਤੇ ਉਹਨਾਂ ਨੂੰ ਨਾਮ ਦੇ ਜਲ ਦਾ, ਨਾਮ ਦਾ ਤਰੋਕਾ ਪਾ ਕੇ ਸਿੰਚ ਦਿੰਦੇ ਨੇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਨਾਮ ਨਾਲ ਹੀ ਮਹਾਰਾਜ ਸਾਰੇ ਦੁੱਖ ਹਰਦੇ ਨੇ। ਤਾਂ ਹੀ ਸਾਡਾ ਕੱਲ ਹੋਮਵਰਕ ਕੀ ਸੀ ਕਿ ਨਾਮ ਜਪਣਾ। ਸੰਗਤ ਨੇ ਕੋਸ਼ਿਸ਼ ਕੀਤੀ ਸੀ, ਨਾਮ ਹਰ ਪਲ ਜਦੋਂ ਅਸੀਂ ਉਹਨੂੰ ਜਿੰਨੀ ਵਾਰੀ ਭੁੱਲੀਏ, ਜਿੰਨੀ ਵਾਰੀ ਯਾਦ ਆਏ, ਭੁੱਲਣ ਨੂੰ ਛੱਡੋ, ਯਾਦ ਕਰਨ ਨੂੰ ਸੋਚੀਏ, ਜਿੰਨੀ ਵਾਰੀ ਯਾਦ ਆਏ ਉਨੀ ਵਾਰੀ ਸ਼ੁਰੂ ਕਰ ਲੈਣਾ ਹੈ, ਵਾਹਿਗੁਰੂ 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 ਵਾਹਿਗੁਰੂ। ਜੀ ਅੱਜ ਚੱਲਾਂਗੇ ਸੰਗਤ ਜੀ ਤੇ ਪਹੁੰਚਾਂਗੇ। ਹੁਣ ਸੰਗਤ ਕਰਦੇ ਹੋਏ ਸਾਨੂੰ ਕੁਝ ਟਾਈਮ ਹੋ ਗਿਆ ਨਾ, ਸੰਗਤ ਵਿੱਚ ਜਾਂਦੇ ਆ ਕੇ ਮਹਾਰਾਜ ਦੀ ਬਾਣੀ ਦੇ ਜਾਪ ਕਰਦੇ ਆ, ਵਿਚਾਰ ਨਾਲ ਜੁੜਦੇ ਆ, ਦੇਗ ਛਕਦੇ ਆ, ਲੰਗਰ ਪ੍ਰਸ਼ਾਦ ਵਰਤਾਉਂਦੇ ਆ। ਹੁਣ ਅੱਗੇ ਵੀ ਵਧੀਏ ਕਿ ਮਹਾਰਾਜ ਦੀ ਬਾਣੀ ਜੋ ਉਪਦੇਸ਼ ਕਹਿੰਦੀ ਹੈ ਉਹਨੂੰ ਕਮਾਣਾ ਵੀ ਹੈ। ਜਿੰਨੀ ਵਾਰੀ ਯਾਦ ਆਏ ਉਨੀ ਵਾਰੀ ਮਹਾਰਾਜ ਤੋਂ ਬੇਨਤੀਆਂ ਕਰਨੀਆਂ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ। ਕਿਉਂਕਿ ਮਹਾਰਾਜ ਦੀ ਬਾਣੀ ਦੇ ਸਦਕਾ ਕੱਲ ਅਸੀਂ ਸਰਵਣ ਕੀਤਾ ਕਿ ਜਿਹੜਾ ਜੀਭਾਂ ਰਾਹੀਂ ਜਪਦਾ ਹੈ, ਗੁਣ ਗਾਉਂਦਾ ਹੈ, ਨਾਮ ਸਿਮਰਨ ਕਰਦਾ ਹੈ, ਫਿਰ ਉਹ ਜਪਿਆ ਹੋਇਆ ਆਪਣੇ ਕੰਨਾਂ ਰਾਹੀਂ ਸੁਣ ਰਿਹਾ ਹੁੰਦਾ ਹੈ। ਪਹਿਲੀ ਅਵਸਥਾ ਹੈ ਜੀਭਾਂ ਰਾਹੀਂ ਜਪਣਾ, ਫਿਰ ਤੇ ਨਾਮ ਅੰਦਰ ਚਲਾ ਜਾਂਦਾ ਹੈ ਨਾ।
ਜਦੋਂ ਪਹਿਲੀ ਅਵਸਥਾ ਵਿੱਚ ਹੀ ਜੀਭਾਂ ਨਾਲ ਜਪ ਕੇ ਕੰਨਾਂ ਰਾਹੀਂ ਸੁਣ ਰਿਹਾ ਹੁੰਦਾ ਤੇ ਕੀ ਹੁੰਦਾ, ਜਮ ਕੰਕੜ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ। ਤੇ 9ਵੇਂ ਮੱਲੇ ਦੇ ਸ਼ਲੋਕ ਦੇ ਵਿੱਚ ਦਰਸ਼ਨ ਕੀਤੇ, ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕਹਿ ਤਾਮ। ਪਹਿਲੀ ਅਵਸਥਾ ਵਿੱਚ ਹੀ ਮਹਾਰਾਜ ਨੇ ਇੰਨੀ ਬਰਕਤ ਰੱਖੀ। ਅੱਗੇ ਮਹਾਰਾਜ ਕਹਿੰਦੇ, ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਦੀ ਪੰਕਤੀ ਮਹਾਰਾਜ ਕਹਿੰਦੇ ਆਪਣੇ ਸੇਵਕਾਂ ਨੂੰ ਆਪਣੀ ਸੇਵਾ ਬਖਸ਼ਦੇ ਨੇ। ਗੁਰ ਸੇਵਾ ਤੇ ਭਗਤ ਕਮਾਈ, ਜਦੋਂ ਸੇਵਾ ਬਖਸ਼ਦੇ ਨੇ ਤਾਂ ਸੇਵਾ ਨਾਲ ਫਿਰ ਭਗਤੀ ਦੀ ਦਾਤ ਵੀ ਦਿੰਦੇ ਨੇ। ਉਹ ਸੇਵਾ ਤੇ ਭਗਤੀ ਦੇ ਸਦਕੇ ਪੂਰੇ ਗੁਰਦੇਵ, ਪੂਰਾ ਪ੍ਰਭ ਆਰਾਧਿਆ ਪੂਰਾ ਜਾਗਾ ਨਾਮ, ਇਹ ਪੂਰੇ ਗੁਰੂ ਦਾ ਹੀ ਕੰਮ ਹੈ ਜਿਹੜਾ ਸਾਰੇ ਕਸ਼ਟ ਕੱਟਣ ਦੇ ਕਾਬਲ ਹੈ, ਜਿਹੜਾ ਸਮਰੱਥ ਹੈ। ਜਿਹੜੇ ਹੋਰ ਗੁਰੂ ਨੇ ਜਿਹੜੇ ਪੂਰੇ ਨਹੀਂ, ਉਹਨਾਂ ਦੇ ਜਾ ਕੇ ਮੱਥੇ ਰਗੜਦੇ ਰਹੋ, ਸਮਾਂ ਹੀ ਬੀਤਣ ਆਉਣ ਵਾਲੀ ਗੱਲ ਹੈ। ਜਿਵੇਂ ਅਸੀਂ ਕੋਈ ਟਾਈਮ ਪਾਸ ਕਰ ਰਹੇ ਹਾਂ, ਇਹ ਜਿਹੜਾ ਅਮੋਲਕ ਜੀਵਨ ਹੈ ਟਾਈਮ ਪਾਸ ਕਰਨ ਵਿੱਚ ਨਹੀਂ ਗਵਾਉਣਾ, ਪੂਰੇ ਗੁਰੂ ਦੀ ਸ਼ਰਣੀ ਪੈਣਾ। ਕਹਿੰਦੇ ਪੂਰੇ ਗੁਰੂਦੇਵ ਜਿਹੜੇ ਨੇ ਉਹ ਫਿਰ ਸਾਰੇ ਕਸ਼ਟ ਨੇ ਜਿਹੜੇ ਉਹ ਕੱਟ ਦਿੰਦੇ ਨੇ। ਜਿਹੜੇ ਗੁਰੂ ਆਪ ਹੀ ਦੂਜਿਆਂ ਕੋਲ ਜਾਂਦੇ ਹੋਣ ਆਪਣੇ ਕਸ਼ਟ ਕਟਵਾਉਣ ਲਈ, ਉਹਨਾਂ ਦੀ ਸ਼ਰਣੀ ਕੀ ਪੈਣਾ, ਸ਼ਰਨ ਤੇ ਉਹਦੇ ਪਾਓ ਜਿਹੜਾ ਸਰਵ ਸਕਲਾ ਸਮਰੱਥ ਹੈ। ਕਹਿੰਦੇ ਆਪਣੀ ਸੇਵਾ ਤੇ ਸਿਮਰਨ ਦੇ ਸਦਕੇ ਮਹਾਰਾਜ ਸਾਰੇ ਕਸ਼ਟਾਂ ਨੂੰ ਦੂਰ ਕਰ ਦਿੰਦੇ ਨੇ। ਮਿਟ ਗਈ ਚਿੰਤ ਪੁਨੀ ਮਨ ਆਸਾ, ਸਾਰੀਆਂ ਚਿੰਤਾਵਾਂ ਨੂੰ ਮਿਟਾ ਕੇ ਮਨ ਵਿੱਚ ਦੁਬਾਰਾ ਤੋਂ ਆਸਾਂ ਜਿਹੜੀਆਂ ਆਉਂਦੀਆਂ ਨੇ ਉਹ ਜਗਾ ਦਿੰਦੇ ਨੇ, ਜਾਂ ਫਿਰ ਉਹ ਕਿ ਸਾਰੀਆਂ ਆਸਾਂ ਪੂਰੀਆਂ ਕਰ ਦਿੰਦੇ ਨੇ। ਮਨ ਵਿੱਚ ਜਿੰਨੀਆਂ ਵੀ ਆਸਾਂ ਹੁੰਦੀਆਂ ਨੇ ਨਾ ਕਿ ਸਾਡੀ ਇਹ ਵੀ ਆਸ ਪੂਰੀ ਹੋ ਜਾਏ, ਇਹ ਵੀ ਆਸ ਪੂਰੀ ਹੋ ਜਾਏ, ਉਹ ਸਾਰੀਆਂ ਆਸਾਂ ਪੂਰੀਆਂ ਕਰਕੇ ਸਾਰੀਆਂ ਚਿੰਤਾਵਾਂ ਨੂੰ ਮਿਟਾ ਦਿੰਦੇ ਨੇ। ਸਾਨੂੰ ਆਸ ਲੱਗੀ ਹੁੰਦੀ ਹੈ ਕਿ ਸਾਡੀ ਆਸ ਪੂਰੀ ਹੋਏਗੀ ਕਿ ਨਹੀਂ ਹੋਏਗੀ, ਉਹਦੀ ਚਿੰਤਾ ਲੱਗੀ ਹੁੰਦੀ ਹੈ, ਤੇ ਉਹ ਚਿੰਤਾ ਦਾ ਨਿਵਾਰਨ ਕਦੋਂ ਹੋ ਜਾਂਦਾ, ਜਦੋਂ ਆਸ ਪੂਰੀ ਹੋ ਜਾਂਦੀ ਹੈ। ਮਹਾਰਾਜ ਸਾਰੀਆਂ ਆਸਾਂ ਪੂਰੀਆਂ ਕਰਕੇ ਚਿੰਤਾ ਰੋਗ ਨੂੰ ਦੂਰ ਕਰ ਦਿੰਦੇ ਨੇ। ਕਰੀ ਦਇਆ ਸਤਿਗੁਰ ਗੁਣ ਤਾਸਾ, ਉਹ ਗੁਣਾਂ ਦੇ ਖਜ਼ਾਨੇ ਸਤਿਗੁਰੂ ਜਦੋਂ ਦਇਆ ਕਰਦੇ ਨੇ ਤੇ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੰਦੇ ਨੇ। ਦੁੱਖ ਨਾਠੇ ਸੁਖ ਆਏ ਸਮਾਏ, ਢੀਲ ਨਾ ਭਰੀ ਜਾਂ ਗੁਰ ਫਰਮਾਏ। ਕਹਿੰਦੇ ਜਦੋਂ ਗੁਰ ਪਿਤਾ ਜੀ ਫਰਮਾਉਂਦੇ ਨੇ ਨਾ, ਜਦੋਂ ਹੁਕਮ ਕਰ ਦਿੰਦੇ ਨੇ, ਜਦੋਂ ਬਖਸ਼ਿਸ਼ ਕਰ ਦਿੰਦੇ ਨੇ ਕਿ ਬਈ ਇਹਦੇ ਢੀਲ ਨਾ ਕਰੋ ਤੇ ਹੁਣ ਇਹਨਾਂ ਦੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਕਰ ਦੋ, ਫਿਰ ਜਿਹੜੀ ਇਹ ਪੂਰੀ ਸ੍ਰਿਸ਼ਟੀ ਹੈ ਨਾ, ਉਹ ਵੀ ਜਿਹੜੀ ਹੈ ਜੇ ਸਾਡੇ ਜਾਂ ਫਿਰ ਉਹ ਜਿਹੜੇ ਧਰਮਰਾਜ ਨੇ ਜਿਹਨਾਂ ਲੇਖਾ ਜੋਖਾ ਲੈ ਕੇ ਬੈਠੇ ਨੇ, ਉਹ ਵੀ ਢਿੱਲ ਨਹੀਂ ਪਾ ਸਕਦੇ। ਉਹ ਕੋਈ ਕੁਐਸਚਨ ਨਹੀਂ ਪੁੱਟ ਕਰ ਸਕਦੇ ਕਿ ਮਹਾਰਾਜ ਹਲੇ ਤੇ ਇੰਨਾ ਲੇਖਾ ਜੋਖਾ ਰਹਿੰਦਾ ਹੈ ਤੇ ਤੁਸੀਂ ਤੇ ਫਰਮਾ ਦਿੱਤਾ ਹੈ ਕਿ ਦੁੱਖ ਨਾਠੇ ਸੁਖ ਆਏ ਸਮਾਏ। ਤੇ ਕਹਿੰਦੇ ਉਹਨਾਂ ਦੀ ਵੀ ਇੰਨੀ ਔਕਾਤ ਨਹੀਂ ਹੁੰਦੀ, ਜਦੋਂ ਪੂਰੇ ਗੁਰ ਫਰਮਾ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ ਤੇ ਕੋਈ ਢੀਠ ਨਹੀਂ ਪਾ ਸਕਦਾ। ਜਾਪ ਸਾਹਿਬ ਦੀ ਬਾਣੀ ਅਸੀਂ ਰੋਜ਼ ਪੜ੍ਹਦੇ, ਆ ਢੀਠ ਧਰਮ ਅਤ ਢੀਠ ਧਰਮ, ਅਤ ਢੀਠ ਕਰਮ। ਮਹਾਰਾਜ ਜਿਹੜਾ ਕਰਮ ਹੈ ਉਹ ਅਤ ਢੀਠ ਹੈ, ਉਹਦੇ ਵਿੱਚ ਕੋਈ ਤੁਸੀਂ ਹਿੱਲ ਹੁੱਜਤ ਨਹੀਂ ਕਰ ਸਕਦੇ, ਕੋਈ ਕੁਐਸਚਨ ਨਹੀਂ ਪੁੱਟ ਕਰ ਸਕਦੇ ਕਿ ਇਹਨੂੰ ਕਿਉਂ ਦਿੱਤਾ, ਮੈਨੂੰ ਕਿਉਂ ਨਹੀਂ ਦਿੱਤਾ, ਜਾਂ ਧਰਮਰਾਜ ਨਹੀਂ ਕਹਿ ਸਕਦਾ ਜਾਂ ਜਮਦੂਤ ਨਹੀਂ ਕਹਿ ਸਕਦਾ ਮਹਾਰਾਜ ਤੁਸੀਂ ਤੇ ਫਰਮਾ ਦਿੱਤਾ ਹੈ ਤੇ ਇੰਨੇ ਕਰਮ ਰਹਿੰਦੇ ਨੇ। ਕੁਝ ਨਹੀਂ ਹੋ ਸਕਦਾ ਜਦੋਂ ਮਹਾਰਾਜ ਫਰਮਾ ਦੇਣ ਤੇ ਕੋਈ ਢਿੱਲ ਨਹੀਂ ਪੈਂਦੀ। ਢਿੱਲ ਨਾ ਪਰੀ ਜਾਂ ਗੁਰ ਫਰਮਾਏ, ਜਦੋਂ ਗੁਰੂ ਜੀ ਫਰਮਾ ਦੇਣ ਤੇ ਕੋਈ ਢਿੱਲ ਨਹੀਂ। ਤੇ ਗੁਰੂ ਜੀ ਫਰਮਾਉਂਦੇ ਕਦੋਂ ਨੇ, ਜਦੋਂ ਸ਼ਰਨ ਵਿੱਚ ਜਾਓ ਤੇ ਮਹਾਰਾਜ ਦੇ ਓਟ ਆਸਰਾ ਲੈ ਲਓ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾ, ਜਦੋਂ ਮਹਾਰਾਜ ਦੀ ਓਟ ਲੈ ਲਓ। ਇਚ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸਫਲ ਭਲੇ। ਜੇ ਉਹਨਾਂ ਦੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਪੂਰਾ ਗੁਰੂ ਲੱਭਦਾ, ਜਿਨ੍ਹਾਂ ਨੂੰ ਪੂਰਾ ਗੁਰੂ ਲੱਭ ਪੈਂਦਾ ਹੈ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਜੀਵਨ ਜਿਹੜਾ ਸਫਲ ਹੋ ਜਾਂਦਾ ਹੈ, ਕਿਉਂਕਿ ਉਹਨਾਂ ਉੱਪਰ ਮਿੱਠੇ ਆਤਮਿਕ ਗੁਣਾਂ ਵਾਲੇ ਫਲ ਲੱਗ ਪੈਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕਿਹੜੇ ਫਲ ਬੂਟੇ ਉਗਦੇ ਨੇ, ਆਤਮਿਕ ਗੁਣਾਂ ਵਾਲੇ, ਮਿੱਠੇ ਗੁਣਾਂ ਵਾਲੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਗੈਰ ਤੇ ਭਗਤੀ ਵੀ ਨਹੀਂ ਕਮਾਈ ਜਾਂਦੀ। ਫਿਰ ਉਹਨਾਂ ਦੇ ਸਾਰੇ ਜਿਹੜੇ ਕਲੇਸ਼ ਨੇ ਉਹ ਖਤਮ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਲੱਭ ਪੈਂਦੇ ਨੇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਉਹਨਾਂ ਦੀ ਜੋਤ ਹੁਣ ਕਿਹਦੇ ਵਿੱਚ ਦੇਖਦੇ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ, ਅਗਲਾ ਸ਼ਬਦ ਕੱਲ ਵੇਖਾਂਗੇ। ਮਹਾਰਾਜ ਸਾਰੀ ਸੰਗਤ ਉੱਪਰ ਆਪਣੇ ਮਿਹਰ ਭਰੇ ਹੱਥ ਰੱਖਣ। ਜੋ ਮਹਾਰਾਜ ਦਾ ਬਿਰਦ ਹੈ ਉਹ ਮਹਾਰਾਜ ਐਸੀ ਕਲਾ ਵਰਤਾਣ ਕਿ ਮਹਾਰਾਜ ਦੇ ਜੋ ਦਰਸ਼ਨ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਰ ਰਹੇ ਹਾਂ,
ਸਾਡੇ ਦਰਸ਼ਨ ਕਰਨ ਨਾਲ ਵੀ ਜਦੋਂ ਮਹਾਰਾਜ ਤੇ ਨਿਗਾਹ ਪਾਉਂਦੇ ਨੇ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਆਪਣੀ ਤੇ ਮਿਹਰ ਭਰੀ ਨਿਗਾਹ ਨਾਲ ਕਮਾਲ ਕਰ ਹੀ ਦਿੰਦੇ ਨੇ। ਪਰ ਜੇ ਮਹਾਰਾਜ ਦੀ ਨਿਗਾਹ ਵਿੱਚ ਕੁਝ ਢਿੱਲ ਪੈ ਰਹੀ ਹੈ ਤੇ ਮਹਾਰਾਜ ਐਵੇਂ ਬਿਰਧ ਦਾ ਪਾਲਣਾ ਕਰ ਲੈਣ ਕਿ ਅਸੀਂ ਤੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ ਤੇ ਮਹਾਰਾਜ ਢਿੱਲ ਨਾ ਕਰਨ ਤੇ ਆਪਣੇ ਬਿਰਧ ਦੀ ਲਾਜ ਰੱਖ ਲੈਣ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਸਭ ਰੋਗਾਂ ਦਾ ਨਾਸ ਕਰਦੇ ਨੇ, ਮਨ ਦੇ ਵੀ ਤੇ ਤਨ ਦੇ ਵੀ। ਤਨ ਦੇ ਰੋਗ ਤੇ ਕੁਝ ਸਮਾਂ ਸਾਨੂੰ ਸਤਾਣਗੇ, ਕਹਿ ਲੋ ਕਿ ਇਸ ਜੂਨੀ ਵੀ ਸਤਾ ਲੈਣਗੇ, ਪਰ ਮਨ ਨੂੰ ਜਿਹੜੇ ਰੋਗ ਲਗਾ ਲੈਂਦੇ ਨੇ ਉਹ ਕਈ ਜੂਨਾਂ ਤੱਕ ਸਾਡੇ ਮਗਰ ਪਏ ਰਹਿਣਗੇ। ਮਹਾਰਾਜ ਮਨ ਦੇ ਰੋਗਾਂ ਦਾ ਵੀ ਜਿਹੜਾ ਨਾ ਉਹ ਨਿਵਾਰਣ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦ ਦਾ ਕੱਲ ਮਹਾਰਾਜ ਦੇ ਇਸ ਬਿਰਧ ਦੇ ਦਰਸ਼ਨ ਕਰਾਂਗੇ ਕਿ ਮਹਾਰਾਜ ਜਿਹੜੇ ਕੁੜੀਆਂ ਨੂੰ ਮਾਰਦਾ ਹੈ ਰਾਜਾ, ਉਹ ਜਿਹੜੇ ਚੋਰੀ ਕਰਦੇ ਨੇ, ਉਹ ਜਿਹੜਾ ਜੂਆ ਖੇਡਦੇ ਨੇ, ਉਹ ਉਹਨਾਂ ਦੇ ਵੀ ਜਿਹੜੇ ਮਨਾਂ ਦਾ ਇਲਾਜ ਪਿਆਰੇ ਸਤਿਗੁਰੂ ਕਿਵੇਂ ਕਰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਸੀਂ ਕੀ ਕਹਿੰਦੇ ਆ? ਧੰਨ ਧੰਨ ਬਾਲਾ ਪ੍ਰੀਤਮ ਜੀ, ਧੰਨ ਧੰਨ ਬਾਲਾ ਪ੍ਰੀਤਮ ਜੀ। ਮਹਾਰਾਜ ਕਿਰਪਾ ਕਰਨ, ਜੂਲ ਤੇ ਨਿਸ਼ਾਨ ਰਹੇ, ਸਜਦੇ ਦੀਵਾਨ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।